ਜਵਾਈ ਦੀ ਨਿਯੁਕਤੀ ਨੂੰ ਲੈ ਕੇ ਕਸੂਤੇ ਫਸੇ ਸੁਖਜਿੰਦਰ ਰੰਧਾਵਾ ਆਪਣਿਆਂ ਨੇ ਹੀ ਚੁੱਕੇ ਸਵਾਲ। ਨਿਊਜ਼ 18 ਤੇ ਬੋਲੇ ਫਤਿਹ ਜੰਗ ਬਾਜਵਾ। ਰੰਧਾਵਾ ਨੇ ਗ੍ਰਹਿ ਮੰਤਰੀ ਦੇ ਅਹੁਦੇ ਦੀ ਕੀਤੀ ਦੁਰਵਰਤੋਂ। ਡੀਏਪੀ ਦੀ ਕਿੱਲਤ ਨੂੰ ਗੁਰਦਾਸਪੁਰ ਕਾਂਗਰਸ ਨੂੰ ਲੱਗਿਆ ਝਟਕਾ। ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਰਮਨ ਬਹਿਲ, ਰਾਘਵ ਚੱਡਾ ਤੇ ਭਗਵੰਤ ਮਾਨ ਨੇ ਕੀਤਾ ਪਾਰਟੀ 'ਚ ਸਵਾਗਤ। ਕਰਤਾਰਪੁਰ ਲਾਂਘਾ ਮੁੜ ਖੋਲਣ ਦੀ ਮੰਗ ਹੋਈ ਤੇਜ਼। ਨਵਜੋਤ ਸਿੱਧੂ ਨੇ ਡੇਰਾ ਬਾਬਾ ਨਾਨਕ ਜਾ ਕੇ ਕੀਤੀ ਅਰਦਾਸ। ਤਾਂ ਸੀਐਮ ਚੰਨੀ ਤੇ ਹਰਸਿਮਰਤ ਬਾਦਲ ਨੇ ਕੇਂਦਰ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲਣ ਦੀ ਕੀਤੀ ਅਪੀਲ। ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ। ਦਿੱਲੀ ਮੋਰਚੇ ਦੇ 1 ਸਾਲ ਪੂਰੇ ਹੋਣ ਤੇ ਘੜੀ ਜਾ ਰਹੀ ਰਣਨੀਤੀ। ਗੁਰਨਾਮ ਚੜੂਨੀ ਵੀ ਬੋਲੇ, ਪੰਜਾਬ ਦੇ ਵਿੱਚ ਨਹੀਂ ਲੜਾਂਗਾ ਚੋਣ, ਬੇਵਜ੍ਹਾ ਨਾ ਦਿਓ ਤੂੰ। ਫਤਿਆਬਾਦ ਦੇ ਇੱਕ ਹੋਟਲ ਮਾਲਕ ਨੂੰ ਸਕਿੰਟਾਂ ਦੇ ਵਿੱਚ ਆਈ ਮੌਤ। ਗਾਹਕਾਂ ਦੇ ਨਾਲ ਹਿਸਾਬ ਕਰਦੇ ਕਰਦੇ ਹੋ ਗਿਆ ਹਾਰਟ ਅਟੈਕ। ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਸਤਿ ਸ਼੍ਰੀ ਅਕਾਲ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਲਖੀਮਪੁਰ ਕਾਂਡ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ। ਹਥਿਆਰਾਂ ਦੇ ਨਾਲ ਜੁੜੀ ਐਫਐਸਐਲ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ। ਲਖੀਮਪੁਰ ਦੇ ਵਿੱਚ ਹਿੰਸਾ ਦੇ ਦੌਰਾਨ ਗੋਲੀ ਚੱਲੀ ਸੀ। ਆਸ਼ੀਸ਼ ਮਿਸ਼ਰਾ ਦੀ ਰਾਈਫਲ ਦੇ ਵਿੱਚੋਂ ਵੀ ਗੋਲੀ ਚੱਲੀ ਸੀ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਲਖੀਮਪੁਰ ਕਾਂਡ ਦੇ ਨਾਲ ਜੁੜੀ ਹੋਈ। ਫਿਲਹਾਲ ਕਿਸੇ ਨੂੰ ਗੋਲੀ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ। ਵੀ ਦੱਸ ਦਈਏ 3 ਅਕਤੂਬਰ ਨੂੰ ਲਖੀਮਪੁਰ ਦੇ ਵਿੱਚ ਜੋ ਹਿੰਸਾ ਹੋਈ ਸੀ, ਜੋ ਘਟਨਾ ਹੋਈ ਸੀ, ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਦੇ ਵਿੱਚ ਰਿਹਾ ਇਹ ਲੰਮਾ ਸਮਾਂ ਮਾਮਲਾ, ਕਿਉਂਕਿ ਉਸ ਮਾਮਲੇ ਦੇ ਵਿੱਚ ਉਸ ਹਾਲਾਤਾਂ ਦੇ ਵਿੱਚ ਉਸ ਘਟਨਾ 'ਚ 8 ਜਣਿਆਂ ਦੀ ਮੌਤ ਹੋਈ ਸੀ, ਜਿਸ ਦੇ ਵਿੱਚੋਂ 4 ਕਿਸਾਨ ਸੀ, 1 ਪੱਤਰਕਾਰ ਸੀ ਤੇ 3 ਬੀਜੇਪੀ ਦੇ ਵਰਕਰ ਸਨ। ਔਰ ਉਸ ਤੋਂ ਬਾਅਦ ਲਗਾਤਾਰ ਜਾਂਚ ਨੂੰ ਲੈ ਕੇ, ਇਨਸਾਫ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿੱਥੇ ਮੰਗ ਕੀਤੀ ਜਾ ਰਹੀ ਸੀ ਤਾਂ ਉੱਥੇ ਹੀ ਵੱਖ-ਵੱਖ ਪਾਰਟੀਆਂ ਵੀ ਜਿਹੜੀਆਂ ਨੇ ਉਹ ਲਖੀਮਪੁਰ ਪਹੁੰਚੀਆਂ ਸਨ। ਬੇਸ਼ੱਕ ਪ੍ਰਿਯੰਕਾ ਗਾਂਧੀ ਦੀ ਗੱਲ ਕੀਤੀ ਜਾਵੇ, ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ, ਸੀਐਮ ਚਰਨਜੀਤ ਚੰਨੀ ਗਏ ਸਨ। ਇੱਕ ਕਾਫਲਾ ਗਿਆ ਸੀ ਇੱਥੋਂ ਪੰਜਾਬ ਤੋਂ, ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸੀ, ਵਿਜੇਂਦਰ ਸਿੰਘਲਾ ਵੀ ਸੀ। ਸੋ ਫਿਲਹਾਲ ਵੱਡੀ ਖਬਰ ਇਹ ਹੈ ਕਿ ਆਖਿਰਕਾਰ ਹਥਿਆਰਾਂ ਦੇ ਨਾਲ ਜੁੜੀ ਹੋਈ ਐਫਐਸਐਲ ਦੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਉਸ ਸਮੇਂ ਗੋਲੀ ਚੱਲੀ ਸੀ ਲਖੀਮਪੁਰ ਹਿੰਸਾ ਦੇ ਦੌਰਾਨ। ਆਸ਼ੀਸ਼ ਮਿਸ਼ਰਾ ਦੀ ਰਾਈਫਲ ਦੇ ਵਿੱਚੋਂ ਵੀ ਗੋਲੀ ਚੱਲੀ ਸੀ। ਦੱਸ ਦਈਏ ਕਿ ਅਜੇ ਮਿਸ਼ਰਾ ਦੇ ਬੇਟੇ ਨੇ ਆਸ਼ੀਸ਼ ਮਿਸ਼ਰਾ। तो फिलहाल जानकारी सामने आ रही है। ज्यादा जानकारी जरूर लेने और लखनऊ तो पत्रकार ने ऋषभ मनी साडे नाल। जी ऋषभ, क्या कुछ जानकारी? देखिए, एफएसएल जो फॉरेंसिक साइंस लैब है लखनऊ की, वहां से इन हथियारों की बैलिस्टिक रिपोर्ट सामने आ गई है, जिसमें एक बात की पुष्टि हो गई है। एक राइफल जो आशीष मिश्रा के नाम पे थी, एक पिस्टल जो अंकित दास के नाम पे थी और एक 12 बोर की रिपीटर गन जो अंकित के गार्ड लतीफ के नाम पर बताई जाती है। इन तीनों असलहों से गोली चलने की पुष्टि हो गई है। हालांकि इस पूरी वारदात में जिन लोगों की मौत हुई थी, जो 8 लोग इसमें मारे गए थे, उनमें से किसी को भी गोली लगने की पुष्टि नहीं हुई थी पोस्टमार्टम रिपोर्ट में। लेकिन अब इस थ्योरी के ऊपर मुहर लग गई है कि इन हथियारों का इस्तेमाल हुआ था, इनसे फायरिंग की गई थी। जो वीडियोज उस वक्त वायरल हुए थे, उनमें से एक वीडियो में सुना भी जा सकता है कि गोली चलाई जा रही है। और जो अभी तक की जांच कमेटी की रिपोर्ट भी है, उसमें भी इस बात की पुष्टि होती है कि वारदात की जगह से जब अंकित दास और लतीफ और साथियों समेत भाग रहे थे तो उन लोगों ने फायरिंग भी की थी। अब इस थ्योरी पर इस बैलिस्टिक रिपोर्ट के जरिए मुहर लग गई है। नवजोत जी, फिलहाल ऋषभ जो आपने जानकारी दी कि गोली चली, लेकिन ये पुष्टि नहीं हुई कि कहाँ किसी को लगी है, यानी कि अभी और कुछ जानकारी इसमें आनी बाकी है। क्या कुछ और जानकारी है, क्योंकि इस मामले पर लगातार नजर बनी हुई है सबकी? देखिए, 8 लोगों की मौत हुई थी और उन 8 लोगों की पोस्टमार्टम रिपोर्ट में किसी को भी गोली लगने का जिक्र नहीं है। तो ये बात तो साफ हो जाती है कि गोली किसी को लगी नहीं है, लेकिन गोलियां चलाई गई हैं, इस बात की पुष्टि हो गई है। जी ठीक है ऋषभ, बहुत बहुत धन्यवाद तमाम जानकारी के लिए, शुक्रिया। तो बड़ी खबर जरूर सामने आई कि आखिरकार गोली जरूर चली पर उन्हां दे विचों किसी नूं लगी नहीं। हालांकि उस वेले जो होया सी उसदियां कुछ वीडियोज जिहड़ियां ने जरूर सामने आईयां सन। मौके की वारदात तो जो कुछ एक तो बाद एक वीडियोज तो नजर आ रहा सी कि उत्थे जो कुछ होया सब लगभग साफ हो गया सी। हालांकि उसके बाबत जांच भी जिहड़ी होई है, सवाल भी किए गए, मौके ते ले जाके आशीष मिश्रा नूं पुछया भी गया सी ताकि सारा कुछ पता लग सके कि आखिरकार हालात की बड़े सन। सो मामला जिहड़ा गंभीर है क्योंकि उस दे विच
8 ਜਣਿਆਂ ਦੀ ਮੌਤ ਹੋਈ ਸੀ। ਅੱਗੇ ਵਧਾਂਗੇ, ਪੰਜਾਬ ਦੇ ਵੱਲ ਰੁਕ ਕਰਾਂਗੇ। ਕੱਚੇ ਮੁਲਾਜ਼ਮਾਂ ਨੂੰ ਤੋਹਫਾ ਮਿਲੇਗਾ। ਅੱਜ ਹੋ ਸਕਦਾ ਹੈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਜਾਰੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਚਰਚਾ ਹੋ ਰਹੀ ਹੈ। ਮੀਟਿੰਗ ਤੋਂ ਬਾਅਦ ਪੀਸੀ ਕਰਨਗੇ ਸੀਐਮ ਚਰਨਜੀਤ ਚੰਨੀ। ਨਵਜੋਤ ਸਿੱਧੂ ਵੀ ਪੰਜਾਬ ਭਵਨ ਦੇ ਵਿੱਚ ਮੌਜੂਦ ਨੇ। ਪੰਜਾਬ ਭਵਨ ਦੇ ਵਿੱਚ ਹੀ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਸੀਐਮ ਚਰਨਜੀਤ ਚੰਨੀ ਦੀ ਮੀਟਿੰਗ ਹੋਈ ਸੀ। ਹਾਲਾਂਕਿ ਏਜੀ ਤੇ ਡੀਜੀਪੀ ਨੂੰ ਲੈ ਕੇ ਵੀ ਉਸ ਮੀਟਿੰਗ ਦੇ ਵਿੱਚ ਚਰਚਾਵਾਂ ਹੋਈਆਂ ਨੇ, ਪਰ ਅੱਜ ਦੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਹੈ, ਇਹ ਤਾਂ ਖੈਰ ਪੂਰਨ ਤੌਰ ਤੇ ਜਿਹੜਾ ਖੁਲਾਸਾ ਹੈ ਖੁਦ ਹੀ ਸੀਐਮ ਚਰਨਜੀਤ ਚੰਨੀ ਕਰਨਗੇ। ਪਰ ਜੋ ਜਾਣਕਾਰੀ ਨਿਊਜ਼ 18 ਪੰਜਾਬ ਦੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਪਾ ਰਹੇ ਹਾਂ, ਆਖਿਰਕਾਰ ਕੱਚੇ ਮੁਲਾਜ਼ਮਾਂ ਨੂੰ ਲੈ ਕੇ ਅੱਜ ਲਗਭਗ ਲੱਗ ਰਿਹਾ ਕਿ ਇਹ ਐਲਾਨ ਕੀਤਾ ਜਾਵੇ। ਪੱਕੇ ਕਰਨ ਨੂੰ ਲੈ ਕੇ ਹੋ ਸਕਦਾ ਹੈ ਕਿ ਵੱਡਾ ਤੋਹਫਾ ਦਿੱਤਾ ਜਾਵੇ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਹੋ ਸਕਦੇ ਨੇ। ਮਜ਼ਦੂਰਾਂ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਕੁਝ ਰਾਹਤ ਦਿੱਤੀ ਜਾ ਸਕਦੀ ਹੈ। ਔਰ ਹਾਲ ਹੀ ਦੀ ਅਪਡੇਟ ਕੀ ਹੈ, ਇਸ ਦੇ ਲਈ ਫੋਨ ਲਾਈਨ ਤੇ ਸਾਡੇ ਨਾਲ ਪੰਕਜ ਕਪਾਈ ਮੌਜੂਦ ਨੇ। ਜੀ ਪੰਕਜ, ਕੀ ਕੁਝ ਅਪਡੇਟ ਹਾਲੇ ਦੇ ਵਿੱਚ? देखो, हम तो कुछ ही समय बाद कैबिनेट की बैठक खत्म हो जा रही है और नवजोत सिंह सिद्धू भी पंजाब भवन पहुंचे हुए हैं और सांझी प्रेस कॉन्फ्रेंस भी नवजोत सिंह सिद्धू से मुख्यमंत्री चरणजीत सिंह चन्नी कर सकते हैं, क्योंकि कई सारे अहम ਜਿਹੜੇ फैसले ने वो पंजाब के लोगों के मद्देनजर ਜਿਹੜੇ ने लिते जा सकते हैं। क्योंकि जिस तरीके जिक्र हो रहा है कि 29,000 ਕੱਚੇ ਮੁਲਾਜ਼ਮ ने उन्होंने पक्का किया जा सकता है और इस क्योंकि ਜਿਹੜਾ 11 तरीक ਨੂੰ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣਾ ਹੈ, ਉਸ ਮੁਤਲਕ ਖੇਤੀ ਕਾਨੂੰਨਾਂ ਨੂੰ ਲੈ ਕੇ ਕੀ ਕੁਝ ਸਰਕਾਰ ਦਾ ਰੁਖ ਰਹਿੰਦਾ ਹੈ, ਕਿਸ ਤਰੀਕੇ ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਨੇ, ਉਹ ਵੀ ਕੈਬਨਿਟ ਨੂੰ ਲੈ ਕੇ ਚਰਚਾ ਹੋਏ ਨੇ। ਔਰ ਇਸ ਦੇ ਨਾਲ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਵੀ ਵੱਡੀ ਸੌਗਾਤ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਤਾਂ ਕਾਫੀ ਅਹਿਮ ਕੈਬਨਿਟ ਦੀ ਬੈਠਕ ਜਿਹੜੀ ਆ ਕੁਝ ਹੀ ਸਮਾਂ 'ਚ ਖਤਮ ਹੋਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੀਡੀਆ ਦੇ ਨਾਲ ਮੁਖਾਤਿਬ ਅਗਲੇ 10 ਤੋਂ 15 ਮਿੰਟ ਦੇ ਵਿੱਚ ਹੁੰਦੇ ਹੋਏ ਨਜ਼ਰ ਆਉਣਗੇ। ਪੰਕਜ, ਜਿਵੇਂ ਤੁਸੀਂ ਦੱਸਿਆ ਕਿ ਉੱਥੇ ਹੀ ਮੌਜੂਦ ਨੇ ਨਵਜੋਤ ਸਿੰਘ ਸਿੱਧੂ ਤੇ ਸਾਂਝੀ ਪ੍ਰੈਸ ਕਾਨਫਰੰਸ ਹੋ ਸਕਦੀ ਹੈ। ਹੋ ਸਕਦਾ ਕਿ ਏਜੀ ਤੇ ਡੀਜੀਪੀ ਨੂੰ ਲੈ ਕੇ ਵੀ ਕੋਈ ਚਰਚਾ ਜਾਂ ਐਲਾਨ ਉਸ ਸਟੇਜ ਤੋਂ ਹੁੰਦਾ ਨਜ਼ਰ ਆਏ। ਨਿਸ਼ਚਿਤ ਤੌਰ ਤੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ 3-4 ਮੰਗਾਂ ਸੀਗੀਆਂ, ਅੱਜ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਗਏ ਸੀਗੇ, ਉੱਥੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਉਹ ਸੂਬਾ ਸਰਕਾਰ ਨੂੰ ਕਹਿਣਗੇ ਕਿ ਚਿੱਠੀ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਲਿਖੀ ਜਾਵੇ। ਤਾਂ ਨਵਜੋਤ ਸਿੰਘ ਸਿੱਧੂ ਦੀ ਮੰਗ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਹੋਮ ਮਿਨਿਸਟਰ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ। ਔਰ ਦੂਜਾ, ਜੋ ਨਵਜੋਤ ਸਿੰਘ ਸਿੱਧੂ ਲਗਾਤਾਰ ਮੰਗ ਕਰ ਰਹੇ ਨੇ ਕਿ ਏਜੀ ਔਰ ਡੀਜੀਪੀ ਬਦਲੇ ਜਾਣ, ਤਾਂ ਉਸ ਮੁਤਲਕ ਵੀ ਕਿਉਂਕਿ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਜਿਹੜੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਮੁਲਾਕਾਤ ਹੋਈ ਹੈ, ਤਾਂ ਇਸ ਮੁਤਲਕ ਵੀ ਫੈਸਲਾ ਜਿਹੜਾ ਵਾ ਉਹ ਲਿੱਤਾ ਜਾ ਸਕਦਾ ਵਾ। ਥੋੜੀ ਦੇਰ 'ਚ ਮੁੱਖ ਮੰਤਰੀ ਇਸ ਗੱਲ ਦੀ ਜਿਹੜੀ ਹੈ ਉਹ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਤਸਵੀਰ ਸਾਫ਼ ਕਰਨਗੇ। जी ठीक है, बहुत बहुत शुक्रिया पंकज, तमाम जानकारी के लिए धन्यवाद है। और जो जानकारी सामने आ रही है, बड़ी खबर है कि आखिरकार कच्चे मुलाजमान को तोहफा दिता जा सकता और लगातार तुहाडे तक पहुंचा रहे हैं किस तरह के नाल अहम फैसले हो सकते हैं। हालांकि खेती कानूनों लैके जो 11 तरीक को विधान सभा के भी मता होना उस बाबत भी जानकारी दी जा सकती है। पर एक अहम जो जानकारी आई है कि नवजोत सिंह सिद्धू ਤੇ ਸੀਐਮ ਚਰਨਜੀਤ ਚੰਨੀ यानी कि इकट्ठे ही एक सांझी प्रेस कॉन्फ्रेंस ਜਿਹੜੀ ਹੈ ਸੀਐਮ ਦੇ ਵੱਲੋਂ ਕੀਤੀ ਜਾ ਸਕਦੀ ਹੈ, ਜਿਸ ਦੇ ਵਿੱਚ ਪ੍ਰਧਾਨ ਮੌਜੂਦ ਹੋਣਗੇ। यानी कि ਉਹੀ ਉਹ ਪ੍ਰਧਾਨ ਜਿਹੜੇ 2 ਦਿਨ ਤੋਂ ਲਗਾਤਾਰ 3 ਦਿਨ ਤੋਂ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਆਪਣੇ ਨਿੱਜੀ ਤੌਰ ਤੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ। ਅੱਗੇ ਗੱਲ ਕਰਾਂਗੇ ਨਵਜੋਤ ਕੌਰ ਦੀ। ਨਵਜੋਤ ਕੌਰ ਵੀ ਆਪਣੀ ਸਰਕਾਰ ਤੇ ਹਮਲਾਵਰ ਨੇ। ਕੈਪਟਨ ਅਮਰਿੰਦਰ ਦੇ ਖਿਲਾਫ ਬੋਲਣ ਵਾਲੇ ਵਿਧਾਇਕ ਹੁਣ ਚੁੱਪ ਕਿਉਂ ਨੇ, ਇਹ ਸਵਾਲ ਕੀਤਾ ਉਹਨਾਂ ਨੇ। ਕੀ ਮੁੱਖ ਮੰਤਰੀ ਬਦਲਣ ਦੇ ਨਾਲ ਮੁੱਦੇ ਹੱਲ ਹੋ ਗਏ, ਇਹ ਵੀ ਨਵਜੋਤ ਕੌਰ ਸਵਾਲ ਕਰਦੇ ਹੋਏ ਨਜ਼ਰ ਆਏ। ਵਿਧਾਇਕ ਹੁਣ ਕਿਉਂ ਨਹੀਂ ਚੁੱਕ ਰਹੇ ਆਵਾਜ਼, ਸਿੱਧੂ ਅੱਜ ਵੀ ਮੁੱਦਿਆਂ ਤੇ ਕਾਇਮ ਨੇ, ਇਹ ਵੀ ਨਵਜੋਤ ਕੌਰ ਨੇ ਕਿਹਾ। ਔਰ ਏਜੀ ਤੇ ਅੱਜ ਐਕਸ਼ਨ ਹੋਵੇਗਾ, ਅੱਜ ਪਤਾ ਲੱਗ ਜਾਏਗਾ ਸੁਣਵਾਈ ਹੋ ਰਹੀ ਹੈ ਜਾਂ ਨਹੀਂ। ਸਿੱਧੂ ਦੇ ਆਪ ਦੇ ਵਿੱਚ ਜਾਣ ਦੀਆਂ ਖਬਰਾਂ ਦਾ ਉਹਨਾਂ ਨੇ ਖੰਡਨ ਕਰ ਦਿੱਤਾ ਔਰ ਨਾਲ ਹੀ ਮਜੀਠੀਆ ਦੇ ਵੱਲੋਂ ਦਿੱਤੇ ਬਿਆਨ ਤੇ ਵੀ ਉਹਨਾਂ ਨੇ ਪਲਟਵਾਰ ਕੀਤਾ। ਉਹਨਾਂ ਕਿਹਾ ਕਿ ਬੱਸਾਂ ਬੰਦ ਹੋਣ ਕਰਕੇ ਮਜੀਠੀਆ ਬੁਖਲਾਏ। ਉਹਨੂੰ ਸਾਰੇ ਪੰਜਾਬ ਚੋਂ ਹੋਰ ਕੋਈ ਏਜੀ ਨਹੀਂ ਲੱਭਿਆ। ਅਸੀਂ ਕਿਹੜਾ ਕੋਈ ਕਹਿ ਰਹੇ ਹਾਂ ਵੀ ਇਸ ਬੰਦੇ ਨੂੰ ਬਣਾਓ, ਅਸੀਂ ਤਾਂ ਇਹ ਕਹਿ ਰਹੇ ਹਾਂ ਉਹ ਬੰਦੇ ਨੂੰ ਬਣਾਓ ਜਿਹੜਾ ਕੈਪੇਬਲ ਹੋਵੇ, ਮੈਰਿਟ ਤੇ ਹੋਵੇ, ਇਸ ਕੇਸ ਦੇ ਨਾਲ ਇਨਵੋਲਵਡ ਨਾ ਹੋਵੇ। ਹੁਣ ਜਿਹੜੇ ਬੰਦੇ ਨੇ ਆਪੋਜ਼ਿਟ ਬੰਦਿਆਂ ਨੂੰ ਸੈਣੀ ਦੀ ਬੇਲ ਦਵਾਈ ਹੋਵੇ, ਉਹ ਬੰਦਾ ਸੈਣੀ ਨੂੰ ਪਨਿਸ਼ਮੈਂਟ ਕਿਵੇਂ ਦਵਾਏਗਾ? ਉਹ ਪੀਆਰ ਹੀ ਨਹੀਂ ਹੋ ਸਕਦਾ, ਲੀਗਲੀ ਉਹ ਅਲਾਉਡ ਹੀ ਨਹੀਂ ਵੀ ਉਹ ਕੋਰਟ 'ਚ ਪੇਸ਼ ਹੋਵੇ। ਫਿਰ ਆਪਾਂ ਲੜਾਈ ਕਾਹਦੀ ਕਰ ਰਹੇ ਸੀਗੇ? ਫਿਰ ਆਪਾਂ ਜਾ ਕੇ ਜਦੋਂ ਲੋਕਾਂ ਦੇ ਜਾਣਾ ਹੈ, ਜਦੋਂ ਨਵਜੋਤ ਨੇ ਪਾਰਟੀ ਪ੍ਰੈਜ਼ੀਡੈਂਟ ਨੇ ਸਾਰਾ ਪੰਜਾਬ ਘੁੰਮਣਾ ਹੈ, ਤੁਹਾਡੇ ਵਰਗਿਆਂ ਨੇ ਸਭ ਤੋਂ ਪਹਿਲਾਂ ਪੁੱਛਣਾ ਵੀ ਬਰਗਾੜੀ ਦਾ ਕੀ ਹੋਇਆ, ਡਰੱਗ ਰਿਪੋਰਟ ਦਾ ਕੀ ਹੋਇਆ, ਕੀ ਜਵਾਬ ਦੇਵਾਂਗੇ? ਸੋ ਇਹਦੇ ਲਈ ਅੜੇ ਹਾਂ। ਐਂਡ ਕੱਲ ਤਾਂ
ਸਾਫ਼ ਕਹਿਤਾ ਸੀ ਉਹਨਾਂ ਨੇ, ਤੁਹਾਨੂੰ ਵੀ ਪਤਾ ਹੈ ਵੀ ਜਾਂ ਫਿਰ ਇਹਨਾਂ ਨੂੰ ਰੱਖ ਲਓ ਜਾਂ ਫਿਰ ਮੈਨੂੰ ਰੱਖ ਲਓ, ਠੀਕ ਹੈ ਨਾ। ਸਾਰੇ ਦੁਨੀਆ 'ਚ ਪੰਜਾਬ ਬਦਨਾਮ ਹੈ ਡਰੱਗਸ ਪਿੱਛੇ। ਹੁਣ ਡਰੱਗਸ ਦੀ ਰਿਪੋਰਟ ਆਲਰੇਡੀ ਆ ਚੁੱਕੀ ਹੈ। ਉਹ ਕੋਰਟ ਕਹਿੰਦਾ ਹੈ ਵੀ ਭਾਈ ਸਟੇਟ ਨੂੰ ਵੀ ਤੁਸੀਂ ਰਿਪੋਰਟ ਖੋਲੋ ਤਾਂ ਜਿਹਦਾ ਨਾਮ ਆ ਰਿਹਾ ਹੈ ਉਹਨੂੰ ਪਨਿਸ਼ ਕਰੋ। ਅਸੀਂ ਕਹਿ ਰਹੇ ਹਾਂ ਨਹੀਂ, ਤੁਸੀਂ ਸਾਨੂੰ ਪਰਮਿਸ਼ਨ ਦਿਓ ਪਹਿਲਾਂ। ਸੋ ਡਰਦੇ ਕਿਉਂ ਹੋ? ਸੋ ਨਵਜੋਤ ਦਾ ਕੁਐਸਚਨ ਇਹ ਹੈ ਕਿ ਡਰਨ ਦੀ ਕੀ ਲੋੜ ਹੈ? ਆਪਾਂ ਉਹਨਾਂ ਨੂੰ ਹਟਾਇਆ ਹੀ ਕਿਉਂ ਜੇ ਆਪਾਂ ਵੀ ਇਹੀ ਕੁਝ ਕਰਨਾ ਸੀਗਾ। ਸੋ ਜਿਹੜੇ 40 MLA ਨੇ ਰੌਲਾ ਪਾਇਆ ਸੀ ਵੀ ਕੈਪਟਨ ਅਮਰਿੰਦਰ ਐਕਸ਼ਨ ਨਹੀਂ ਲੈ ਰਹੇ, ਅੱਜ ਉਹ ਚੁੱਪ ਕਿਉਂ ਹੈ? ਅੱਜ ਸਾਰੇ ਦੁਨੀਆ 'ਚ ਪੰਜਾਬ ਬਦਨਾਮ ਹੈ ਡਰੱਗਸ ਪਿੱਛੇ। ਹੁਣ ਡਰੱਗਸ ਦੀ ਰਿਪੋਰਟ ਆਲਰੇਡੀ ਆ ਚੁੱਕੀ ਹੈ। ਉਹ ਕੋਰਟ ਕਹਿੰਦਾ ਹੈ ਵੀ ਭਾਈ ਸਟੇਟ ਨੂੰ ਵੀ ਤੁਸੀਂ ਰਿਪੋਰਟ ਖੋਲੋ ਤਾਂ ਜਿਹਦਾ ਨਾਮ ਆ ਰਿਹਾ ਹੈ ਉਹਨੂੰ ਪਨਿਸ਼ ਕਰੋ। ਅਸੀਂ ਕਹਿ ਰਹੇ ਹਾਂ ਨਹੀਂ, ਤੁਸੀਂ ਸਾਨੂੰ ਪਰਮਿਸ਼ਨ ਦਿਓ ਪਹਿਲਾਂ। ਸੋ ਡਰਦੇ ਕਿਉਂ ਹੋ? ਸੋ ਨਵਜੋਤ ਦਾ ਕੁਐਸਚਨ ਇਹ ਹੈ ਕਿ ਡਰਨ ਦੀ ਕੀ ਲੋੜ ਹੈ? ਆਪਾਂ ਉਹਨਾਂ ਨੂੰ ਹਟਾਇਆ ਹੀ ਕਿਉਂ ਜੇ ਆਪਾਂ ਵੀ ਇਹੀ ਕੁਝ ਕਰਨਾ ਸੀਗਾ। ਸੋ ਜਿਹੜੇ 40 MLA ਨੇ ਰੌਲਾ ਪਾਇਆ ਸੀ ਵੀ ਕੈਪਟਨ ਅਮਰਿੰਦਰ ਐਕਸ਼ਨ ਨਹੀਂ ਲੈ ਰਹੇ, ਅੱਜ ਉਹ ਚੁੱਪ ਕਿਉਂ ਹੈ? ਅੱਜ ਉਹ ਮੇਰੇ ਨਾਲ ਕਿਉਂ ਨਹੀਂ ਹੈ? ਉਧਰ ਸੁਖਜਿੰਦਰ ਰੰਧਾਵਾ ਬੁਰੇ ਫਸੇ ਨਜ਼ਰ ਆਏ ਨੇ। ਜਵਾਈ ਦੀ ਨਿਯੁਕਤੀ ਤੇ ਬੁਰੇ ਫਸੇ ਨੇ ਸੁਖਜਿੰਦਰ ਰੰਧਾਵਾ। ਨਿਯੁਕਤੀ ਤੇ ਕਾਂਗਰਸੀ ਹੀ ਹੁਣ ਚੁੱਕਣ ਲੱਗੇ ਨੇ ਗੰਭੀਰ ਤੌਰ ਤੇ ਇਲਜ਼ਾਮ। ਨਿਊਜ਼ 18 ਤੇ ਕਾਂਗਰਸ ਵਿਧਾਇਕ ਫਤਿਹ ਸਿੰਘ ਬਾਜਵਾ ਬੋਲੇ, ਗ੍ਰਹਿ ਮੰਤਰੀ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਿਯੁਕਤੀ ਕੀਤੀ ਗਈ। ਉਹਨਾਂ ਨੇ ਕਿਹਾ ਤਰੁਣਵੀਰ ਨੂੰ ਕਿਸ ਯੋਗਤਾ ਦੇ ਆਧਾਰ ਤੇ ਅਹੁਦਾ ਮਿਲਿਆ। ਕੈਪਟਨ ਸਰਕਾਰ ਦੇ ਵੇਲੇ ਅਹੁਦੇ ਲਈ ਆਯੋਗ ਹੋਣ ਕਰਕੇ ਖਾਰਿਜ ਹੋਈ ਸੀ ਅਰਜ਼ੀ, ਔਰ ਰੰਧਾਵਾ ਨੇ ਸਾਬਿਤ ਕਰ ਦਿੱਤਾ ਕਿ ਗ੍ਰਹਿ ਮੰਤਰਾਲਾ ਉਹਨਾਂ ਦੇ ਘਰ ਦਾ। ਅੱਜ ਸੁਖੀ ਰੰਧਾਵਾ ਜੀ ਆਪਣੇ ਉਸ ਅਹੁਦੇ ਦੀ ਦੁਰਉਪਯੋਗ ਕਰਦਿਆਂ ਹੋਇਆਂ ਅੱਜ ਆਪਣੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਾ ਕੇ ਇਹਨਾਂ ਨੇ ਨਿਯੁਕਤੀ ਕਰਵਾਈ ਹੈ। ਐਡਵੋਕੇਟ ਜਨਰਲ ਹੀ ਬਣਾ ਲੈਂਦੇ, ਫਿਰ ਇੱਕ ਸਟੈਪ ਥੱਲੇ ਕਿਉਂ? ਜੇ ਇਹ ਘਰ ਨੂੰ ਹੀ ਆਪਣੇ ਨੌਕਰੀਆਂ ਤੁਸੀਂ ਦੇਣੀਆਂ ਨੇ। ਸੁਖੀ ਰੰਧਾਵਾ ਜੀ, ਮੈਂ ਤੁਹਾਨੂੰ ਨਿਊਜ਼ 18 ਦੇ ਮਾਧਿਅਮ ਦੇ ਰਾਹੀਂ ਮੈਂ ਪੁੱਛਣਾ ਚਾਹਨਾ, ਦੂਜਿਆਂ ਤੇ ਉਂਗਲ ਕਰਨ ਨਾਲ 3 ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਨੇ। ਮੈਂ ਤੇ ਆਪਣੇ ਬੇਟੇ ਦੀ ਉਸ ਵਕਤ ਨੌਕਰੀ ਤਿਆਗੀ ਔਰ ਇਹ ਕਹਿਤਾ ਸੀ ਪਹਿਲੇ ਹੀ, ਨੌਕਰੀ ਲੈਣ ਤੋਂ ਪਹਿਲੇ ਸੀਐਮ ਸਾਹਿਬ ਨੂੰ, ਵੀ ਸਾਡਾ ਪਰਿਵਾਰ ਇਹ ਨੌਕਰੀ ਨਹੀਂ ਲੈਣਾ ਚਾਹੁੰਦਾ। ਤੇ ਤੁਸੀਂ ਤਾਂ ਇਹ ਪ੍ਰੂਵ ਕਰ ਦਿੱਤਾ ਲੋਕਾਂ ਦੇ ਵਿੱਚ ਵੀ ਹੁਣ ਜਿਹੜਾ ਅਸ਼ਵਨੀ ਸੇਖੜੀ ਜੀ ਨੇ ਇਹ ਗੱਲ ਕਹੀ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ, ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ। ਉਸ ਦਾ ਕਾਰਨ ਇਹ ਹੈ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਾਰਿਆਂ ਨੂੰ ਕਲੋਜ਼ੈਸਟ ਬੰਦਾ ਬਲਵਿੰਦਰ ਸਿੰਘ ਜੀ ਕੋਟਲਾ ਬਾਮਾ, ਜਿਨ੍ਹਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਨੇ ਪਿਛਲੇ ਹਫਤੇ ਪੰਜਾਬ ਦਾ ਤੇ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਕਰੇ ਤੇ ਤ੍ਰਿਪਤ ਰਜਿੰਦਰ ਬਾਜਵਾ ਤੇ ਵੀ ਫਤਿਹ ਜੰਗ ਨੇ ਤਿੱਖੇ ਹਮਲੇ ਕੀਤੇ ਨੇ। ਐਸਐਫਜੀ ਦੇ ਨਾਲ ਜੁੜੇ ਸ਼ਖਸ ਨੂੰ ਚੇਅਰਮੈਨ ਲਗਾਉਣ ਦਾ ਇਲਜ਼ਾਮ ਲਗਾਇਆ। ਐਸਐਫਜੀ ਦੇ ਅਹੁਦੇਦਾਰ ਦਾ ਭਰਾ ਤ੍ਰਿਪਤ ਰਜਿੰਦਰ ਬਾਜਵਾ ਦਾ ਕਰੀਬੀ ਹੈ। ਐਨਆਈਏ ਤ੍ਰਿਪਤ ਬਾਜਵਾ ਦੇ ਵਿਦੇਸ਼ੀ ਕਨੈਕਸ਼ਨ ਦੀ ਜਾਂਚ ਕਰੇ ਔਰ ਅਸ਼ਵਨੀ ਸੇਖੜੀ ਨੂੰ ਤ੍ਰਿਪਤ ਬਾਜਵਾ ਤੋਂ ਜਾਨ ਦਾ ਖਤਰਾ ਉਸ ਦਾ ਵੀ ਜ਼ਿਕਰ ਕੀਤਾ। ਤ੍ਰਿਪਤ ਬਾਜਵਾ ਦੀ ਆਪਣੇ ਹਲਕੇ ਦੇ ਵਿੱਚ ਪਕੜ ਨਹੀਂ ਹੈ, ਤਾਈਓ ਫਤਿਹਗੜ੍ਹ ਚੂੜੀਆਂ ਤੋਂ ਬਟਾਲੇ ਆਉਣਾ ਚਾਹ ਰਹੇ। ਫਤਿਹਗੜ੍ਹ ਚੂੜੀਆਂ ਦੇ ਲੋਕਾਂ ਨੂੰ ਤ੍ਰਿਪਤ ਬਾਜਵਾ ਪਸੰਦ ਹੈ। ਆ ਜਿਹੜੀ ਸੋ ਕਾਲਡ ਮਾਝਾ ਐਕਸਪ੍ਰੈਸ ਹੈ, ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਵੀ ਆਉਂਦੇ ਨੇ, ਉਹਨਾਂ ਦਾ ਆਪਣਾ ਬੇਟਾ ਜ਼ਿਲ੍ਹਾ ਪਰਿਸ਼ਦ ਦਾ ਗੁਰਦਾਸਪੁਰ ਦਾ ਚੇਅਰਮੈਨ ਹੈ। ਔਰ ਮੈਂ ਅੱਗੇ ਵੀ ਕਿਹਾ ਸੀ ਵੀ ਉੱਥੇ ਸਾਡੇ ਠਾਕੁਰ ਬਲਰਾਜ ਸਿੰਘ ਹੈ ਜਿਹੜੇ 4 ਵਾਰ ਜਿੱਤ ਕੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਬਣੇ। ਔਰ ਉਹੋ ਜਿਹੇ ਪੱਕੇ ਕਾਂਗਰਸੀ ਨੂੰ ਤੁਸੀਂ ਅੱਖੋਂ ਪਰੋਖੇ ਕਰ ਦੋ ਤੇ ਆਪਣੇ ਰਿਸ਼ਤੇਦਾਰਾਂ ਆਪਣੇ ਬੱਚਿਆਂ ਨੂੰ ਨੌਕਰੀਆਂ ਦਿਓ, ਤੇ ਇਹ ਭਤੀਜਾ ਭਾਈਵਾਦ ਕਦੋਂ ਖਤਮ ਹੋਏਗਾ? ਇਸ ਤੋਂ ਬਾਅਦ ਜਿਹੜੇ ਸੁਖ ਸਰਕਾਰੀਆ ਜੀ ਨੇ, ਉਹਨਾਂ ਦਾ ਆਪਣਾ ਭਤੀਜਾ ਉਹ ਵੀ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਹੈ ਅੰਮ੍ਰਿਤਸਰ ਦਾ। ਉਹ ਮੇਰੇ ਵੀਰੋ, ਜੇ ਆਪਾਂ ਕਾਂਗਰਸ ਦੇ ਵਰਕਰ ਨੂੰ ਨਹੀਂ ਤਕੜਿਆਂ ਕਰਾਂਗੇ ਤੇ ਆਪਾਂ ਆਪਣੇ ਰਿਸ਼ਤੇਦਾਰ ਆਪਣੇ ਭਤੀਜਿਆਂ ਨੂੰ ਆਪਣੇ ਬੇਟਿਆਂ ਨੂੰ ਅੱਗੇ ਲਿਆਵਾਂਗੇ ਤੇ ਲੋਕ ਤੁਹਾਡੇ ਨਾਲ ਕਿੱਦਾਂ ਚੱਲਣਗੇ? ਆਪਾਂ ਲੋਕਾਂ ਜਿਹੜਾ ਅਸ਼ਵਨੀ ਸੇਖੜੀ ਜੀ ਨੇ ਇਹ ਗੱਲ ਕਹੀ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ, ਮੈਂ ਇਸ ਗੱਲ ਦੀ ਪ੍ਰੋੜਤਾ ਕਰਦਾ। ਉਸ ਦਾ ਕਾਰਨ ਇਹ ਹੈ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਾਰਿਆਂ ਨੂੰ ਕਲੋਜ਼ੈਸਟ ਬੰਦਾ ਬਲਵਿੰਦਰ ਸਿੰਘ ਜੀ ਕੋਟਲਾ ਬਾਮਾ,
ਜਿਨ੍ਹਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਨੇ ਪਿਛਲੇ ਹਫਤੇ ਪੰਜਾਬ ਦਾ ਜੈਨਕੋ ਦਾ ਚੇਅਰਮੈਨ ਬਣਾਇਆ। ਉਹਨਾਂ ਦੇ ਵੱਡੇ ਭਾਈ, ਉਹਨਾਂ ਦੇ ਭਾਈ ਸਾਹਿਬ ਅਵਤਾਰ ਸਿੰਘ ਜੀ ਪੰਨੂ, ਉਹ ਸਿੱਖ ਫॉर ਜਸਟਿਸ ਦੇ ਵਰਲਡ ਵਾਈਡ ਸੈਕਟਰੀ ਜਨਰਲ ਨੇ। ਜਿਹੜੀ ਆਰਗੇਨਾਈਜੇਸ਼ਨ, ਜਿਹੜੀ ਖਾਲਿਸਤਾਨੀ ਆਰਗੇਨਾਈਜੇਸ਼ਨ ਤੇ ਬੈਨ ਲੱਗਾ ਹੈ, NIA ਦੀ ਸਾਡੀ ਟੀਮ ਜਿਹੜੀ ਇੰਡੀਆ ਕੈਨੇਡਾ ਵਿੱਚ ਜਾ ਕੇ ਉਹਨਾਂ ਦੇ ਅਗੇਂਸਟ ਮੂਵ ਕਰ ਰਹੀ ਹੈ, ਉਹਨਾਂ ਦੇ ਭਰਾ ਨੂੰ, ਸਕੇ ਨੂੰ, ਉਹਨਾਂ ਦੇ ਭਰਾ ਨੂੰ ਅੱਜ ਚੇਅਰਮੈਨੀ ਦੇ ਕੇ ਪੰਜਾਬ ਜੈਨਕੋ ਦੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੀ ਪ੍ਰੂਫ ਕਰਨਾ ਚਾਹ ਰਹੇ ਨੇ? ਇਹ ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ ਤੁਸੀਂ, ਬਹੁਤ ਵੱਡੇ ਇਲਜ਼ਾਮ ਲਗਾ ਰਹੇ ਹੋ। ਤੁਹਾਡੇ ਤੋਂ ਕੱਲ ਨੂੰ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਮਾਨਹਾਨੀ ਦਾ ਕੇਸ ਵੀ ਕਰ ਸਕਦੇ ਕਰਨ, ਮੇਰੇ ਤੇ ਕਰਨ, ਮੈਂ ਲੋਕਾਂ ਜਵਾਬ ਦੇਵਾਂਗਾ। ਇਹ ਤੇ ਸਾਡੇ ਕੋਲ, ਇਹ ਤੇ ਆਪਣੇ ਕੋਲ ਵੀਡੀਓ, ਆਪਣਾ ਉਹਨਾਂ ਦੀਆਂ ਜਿਹੜੀਆਂ ਕਮੈਂਟਸ ਨੇ ਵੀ ਅਸੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕਰਨਾ ਚਾਹੁੰਦੇ ਆ, ਅਸੀਂ ਸੁਖਜਿੰਦਰ ਸਿੰਘ ਹੋਮ ਮਿਨਿਸਟਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਉਹਨਾਂ ਨੂੰ ਜੈਨਕੋ ਦਾ ਚੇਅਰਮੈਨ ਬਣਾਇਆ ਗਿਆ। ਸੋ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਬਿਆਨਬਾਜ਼ੀਆਂ ਦਾ ਦੌਰ ਇਸੇ ਤਰ੍ਹਾਂ ਲਗਾਤਾਰ ਜਾਰੀ, ਪਰ ਉੱਥੇ ਹੀ ਬਚਾਅ ਵੀ ਹੋ ਰਹੇ ਨੇ। ਰੰਧਾਵਾ ਦੇ ਬਚਾਅ ਦੇ ਵਿੱਚ ਕੈਬਨਿਟ ਮੰਤਰੀ ਸੰਗਤ ਸਿੰਘ ਗਿੱਲ ਜੀ ਆਏ ਨੇ। ਜਵਾਈ ਨੂੰ AAG ਨਿਯੁਕਤ ਕਰਨ ਦੇ ਮਸਲੇ ਤੇ ਉਹਨਾਂ ਨੇ ਬਚਾਅ ਕੀਤਾ, ਕਿਹਾ ਕਿ ਜੇ ਮੰਤਰੀ ਦਾ ਰਿਸ਼ਤੇਦਾਰ ਪੜ੍ਹਿਆ ਲਿਖਿਆ ਤਾਂ ਨਿਯੁਕਤੀ ਕਿਉਂ ਨਹੀਂ? ਮੰਤਰੀ ਦਾ ਰਿਸ਼ਤੇਦਾਰ ਹੋਣ ਕਰਕੇ ਹੀ ਅਹੁਦੇ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਹੈ, ਕਿਹਾ ਉਹਨਾਂ ਨੇ। ਔਰ ਸਾਥ ਹੀ ਕਾਂਗਰਸੀਆਂ ਨੂੰ ਵੀ ਸਲਾਹ ਦਿੱਤੀ, ਅਜਿਹੀ ਸਿਆਸਤ ਤੋਂ ਬਚਣਾ ਚਾਹੀਦਾ। ਕਿ ਕਿਸੇ ਦਾ ਰਿਸ਼ਤੇਦਾਰ ਹੋਣਾ, ਕੋਈ ਜਵਾਈ ਹੋਣਾ ਕੋਈ ਮਾੜੀ ਗੱਲ ਤਾਂ ਨਹੀਂ। ਬਾਕੀ ਕੰਟੈਕਟ ਬੇਸ ਤੇ ਉਹਨੂੰ ਰੱਖਿਆ ਗਿਆ, ਰਿਜ਼ਰਵ ਕਰਦਾ ਸੀ ਤਦ ਰੱਖਿਆ ਗਿਆ, ਤੇ ਕੋਈ ਇਦਾਂ ਦੀ ਗੱਲ ਨਹੀਂ ਹੋਈ। ਜਿਹੜੇ ਇਲਜ਼ਾਮ ਲੱਗਦੇ ਆ ਤੇ ਇਹ ਨਹੀਂ ਲੱਗਣੇ ਚਾਹੀਦੇ, ਕਿਉਂਕਿ ਕੋਈ ਜਾਂ ਤੇ ਬੜੀ ਪਰਮਾਨੈਂਟ ਨੌਕਰੀ ਹੋਵੇ ਤੇ ਆਪਾਂ ਤਦ ਲਾਈਏ। ਇਹ ਕੰਟੈਕਟ ਬੇਸ ਦੀ ਨੌਕਰੀ ਹੈ ਤੇ ਕੋਈ ਇਦਾਂ ਦੀ ਗੱਲ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਲਾਂਘਾ ਖੋਲ੍ਹਣ ਦੀ ਅਰਦਾਸ ਕੀਤੀ ਗਈ। ਇਸ ਦੌਰਾਨ ਸਿੱਧੂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜ਼ੀਰੋ ਲਾਈਨ ਤੇ ਘੱਟੋ-ਘੱਟ 4 ਤੋਂ ਬੰਦ ਦੂਰਬੀਨਾਂ ਲਗਾਈਆਂ ਜਾਣ, 5 ਦੂਰਬੀਨਾਂ ਲਗਾਈਆਂ ਜਾਣ ਤਾਂ ਜੋ ਸ਼ਰਧਾਲੂ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰ ਸਕਣ। ਔਰ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦੀ ਵੀ ਗੱਲ ਕੀਤੀ। ਮੈਂ ਮੰਨਦਾ ਕਿ ਇਹ ਬਾਬੇ ਦੀ ਮਿਹਰ ਨਾਲ ਹੀ ਖੁੱਲਿਆ ਸੀ ਤੇ ਉਹਦੀ ਮਿਹਰ ਨਾਲ ਹੀ ਦੁਬਾਰਾ ਖੁੱਲਣਾ, ਠੀਕ ਹੈ ਕਿ ਨਹੀਂ? ਔਰ ਮੈਂ ਇਹ ਆਸਥਾ ਇਸ ਕਰਕੇ ਵੀ ਲੈ ਕੇ ਆਇਆ ਵੀ ਉਹਦੇ ਦਰ ਦੇ ਉੱਤੋਂ ਜੋ ਪ੍ਰਕਾਸ਼ ਹੋਣਾ ਹੈ, ਸਾਡਾ ਤਾਂ ਮਾਂ-ਬਾਪ ਉਹੀ ਹੈ ਨਾ, ਉਹਦੇ ਦਰ ਤੋਂ ਜੋ ਪ੍ਰਕਾਸ਼ ਹੋਣਾ ਹੈ ਉਹਨੇ ਦੁਨੀਆ ਨੂੰ ਸੇਧ ਦੇਣੀ, ਸਿਦਕ ਦੇਣੀ, ਉਹ ਸਾਡਾ ਚਾਨਣ ਮੁਨਾਰਾ ਹੈ। ਇਸ ਕਰਕੇ ਮੈਂ ਉਹੀ ਅਰਦਾਸ ਕਰਨ ਆਇਆ ਕਿ ਇਹ ਬਾਬਾ ਮਿਹਰ ਕਰ, ਇਹ ਲਾਂਘਾ ਖੋਲ, ਕਿਉਂਕਿ ਤੂੰ ਸਾਡਾ ਮਾਈ ਬਾਪ ਹੈ, ਤੂੰ ਸਾਡਾ ਮੁੱਢ ਹੈ, ਤੂੰ ਸਾਡੀ ਜੜ, ਤੇਰਾ ਜਿਹੜਾ ਮੰਤਰ ਉਹ ਵੀ ਸਾਡਾ ਮੂਲ ਹੈ। ਕੋਈ ਆਪਣੇ ਧਰਮ ਸਥਲੀ ਮੱਕਾ ਹੋਵੇ, ਕੋਈ ਹੋਵੇ, ਕਿਸੇ ਦਾ ਵੀ ਹੋਵੇ, ਉਹ ਉੱਥੋਂ 5 ਕਿਲੋਮੀਟਰ ਦੂਰੋਂ ਦਰਸ਼ਨ ਕਰੇ, ਉਹ ਜੱਚਦੀ ਨਹੀਂ ਨਾ ਗੱਲ, ਹੈ ਨਹੀਂ? ਸਰਕਾਰਾਂ ਕੋਲ ਬੜੀਆਂ ਵਿਨਤੀਆਂ ਕਰ ਲੀਆਂ ਤੇ ਹੁਣ ਬਾਬੇ ਨੂੰ ਹੀ ਕਰਨੀ ਹੈ ਵੀ ਮਿਹਰ ਕਰ, ਤੇਰੀ ਕਿਰਪਾ ਦੇ ਨਾਲ ਹੀ ਫੇਰ ਲਾਂਘਾ ਖੁੱਲ੍ਹਣਾ। ਤੇ ਮੈਂ ਇਹ ਵੀ ਮੈਂ ਇੱਥੇ ਅਰਦਾਸ ਕਰਨ ਆਇਆ, ਜਿਹੜੀ ਕਿ ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ। ਬਾਬੇ ਨਾਨਕ ਦਾ ਇੱਕ ਨਿਮਾਣਾ ਸਿੱਖ, ਉਹਦਾ ਨੌਕਰ, ਇੱਕ ਵਿਨਮਰ ਬੇਨਤੀ ਕਰ ਰਿਹਾ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲਿਆ ਸੀ, ਔਰ ਇਹ ਲਾਂਘਾ ਖੁੱਲਣਾ ਹੀ ਖੁੱਲਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ ਇਹ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ,
ਇੱਕ ਥੋੜੀ ਜੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ। ਤੇ ਉਧਰ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਤੇਜ਼ ਹੋਈ ਹੈ। ਸੀਐਮ ਚੰਨੀ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ। ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਖੋਲਣ ਦੀ ਅਪੀਲ ਕੀਤੀ ਗਈ ਹੈ। ਪਿਛਲੇ ਮਹੀਨੇ ਪੀਐਮ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ। ਸੋ ਅੱਜ ਵੱਖੋ-ਵੱਖ ਥਾਈਂ ਤੋਂ ਮੰਗਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਔਰ ਮੰਗ ਇੱਕੋ ਹੀ ਹੈ ਕਿ ਕਰਤਾਰਪੁਰ ਲਾਂਘਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ੍ਹਿਆ ਜਾਵੇ। ਅੱਗੇ ਵਧਾਂਗੇ, ਗੱਲ ਕਰਾਂਗੇ ਸਿਹਤ ਦੀ। ਕੋਰੋਨਾ ਦੀ ਤੀਜੀ ਸੰਭਾਵਿਤ ਲਹਿਰ ਦੇ ਖਦਸ਼ੇ ਨੂੰ ਵੇਖਦੇ ਹੋਏ ਬਿਹਾਰ ਦੇ ਵਿੱਚ ਟੀਕਾਕਰਨ ਦੀ ਰਫ਼ਤਾਰ ਫਿਰ ਤੇਜ਼ ਕਰ ਦਿੱਤੀ ਗਈ ਹੈ। ਖਾਸ ਕਰ ਛੱਟ ਦੇ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਪ੍ਰਵਾਸੀ ਨਾਗਰਿਕਾਂ ਦੀ ਭੀੜ ਨੂੰ ਵੇਖਦੇ ਹੋਏ ਕੁਝ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤੀ ਅਨੋਖੀ ਪਹਿਲ ਬੇहद ਪ੍ਰਭਾਵੀ ਸਾਬਿਤ ਹੋ ਰਹੀ ਹੈ। त्योहारों का मौसम आते ही अलग अलग राज्यों से घर लौटने वाले प्रवासियों का बिहार आना शुरू हो जाता है। खासकर छठ की तो बात ही निराली है। ऐसे में बेशक इस दौरान कोरोना संक्रमण का खतरा भी उफान पर होता है, लेकिन प्रवासियों की घर वापसी कोरोना संक्रमण की वजह न बन जाए, इसके लिए स्वास्थ्य विभाग और स्थानीय प्रशासन इस बार पूरी तरह चौकस नजर आ रहा है। छठ का महापर्व है और बहुत सारे लोग जो हमारे हैं वो बाहर से भी आके छठ मनाने के लिए आते हैं और कोरोना की संभावना से कभी इनकार नहीं किया जा सकता। तो इसलिए जैसे माननीय मुख्यमंत्री जी का निर्देश हुआ है कि जो भी आदमी बाहर से आता है, चाहे बस से आए चाहे ट्रेन से आए, तो उसकी 100% उनको कोरोना की जांच करानी है। कोरोना की तीसरी लहर की आशंका को देखते हुए इस बार स्वास्थ्य विभाग की टीम कोई चूक नहीं चाहती। इसी वजह से स्वास्थ्य विभाग और सीतामढ़ी जिला प्रशासन की संयुक्त टीम रेलवे स्टेशन पर डटी है, ताकि दूसरे राज्यों से बिहार आने वाले कोई भी यात्री बिना वैक्सीनेशन स्टेशन के बाहर पांव न रख सके। अगर लोग टीका लेके बाहर से नहीं आए तो उनका टीकाकरण नहीं करना है। तो इसलिए लोगों का यहाँ बहुत सहयोग भी है और हम लोग बहुत खुश हैं कि वो अपना स्वस्थ होकर सुरक्षित रूप से अपना छठ मनाए। बेशक त्योहारों का महीना बिहार के लिए खुशियों का खजाना लेकर आता है, लेकिन खुशी का ये मौका मुसीबत का सबब न बन जाए, इसके लिए जरूरी है सावधानी बरतना। उम्मीद है सीतामढ़ी जिला प्रशासन की तरह प्रदेश के बाकी जिले भी अपनी आंखें खुली रखते हुए मिशन वैक्सीनेशन पर पूरा जोर देंगे और कोरोना के खिलाफ लड़ाई में कोई कोर कसर नहीं छोड़ेंगे। ब्यूरो रिपोर्ट, न्यूज़ 18 नेटवर्क। टीका लगा, ओ जरा टीका लगा, ओ जरा टीका